ਸਾਡੇ ਕੋਲ ਪੰਜਾਬੀ ਸਿੰਗਰ ਐਮ ਮਨਸ਼ਾ ਕਸੂਰੀ ਮੌਜੂਦ ਨੇ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਮਜ਼ੀਦ ਗੱਲਾਂ ਉਹਨਾਂ ਦੇ ਨਾਲ ਹੀ ਕਰਨੇ ਆ। अस्सलाम वालेकुम जी वालेकुम सलाम सरदार जी। साहब ਮਨਸ਼ਾ ਭਾਈ ਕੀ ਹਾਲ ਹੈ जी अलहमदुलिल्लाह दोवां वीरां दियां जी। ਮਨਸ਼ਾ ਭਾਈ ਤੁਸੀਂ ਦੱਸੋ ਤੁਹਾਨੂੰ ਆ ਗਾਵਨ ਦਾ ਕਦੋਂ ਸ਼ੌਂਕ ਪੈਦਾ ਹੋਇਆ? ਇਹ ਸ਼ੌਕ ਤੇ ਜੀ ਸਰਦਾਰ ਸਾਹਿਬ ਬਚਪਨ ਤੋਂ ਹੀ ਹੈ। ਜੀ ਇਹ ਤਕਰੀਬਨ ਕੋਈ 1987-88 ਦੀ ਗੱਲ ਹੈ। ਉਸ ਵੇਲੇ ਮੇਰੀ ਏਜ ਤਕਰੀਬਨ ਕੋਈ 12-13 ਸਾਲ ਸੀ ਜਦੋਂ ਤੁਹਾਨੂੰ ਗਾਵਨ ਦਾ ਸ਼ੌਂਕ ਪੈਦਾ ਹੋਇਆ। ਜੀ ਮੇਰੀ ਡੇਟ ਆਫ ਬਰਥ ਜਿਹੜੀ ਹੈ ਉਹ ਹੈਗੀ ਹੈ 1975 ਜੀ ਤੇ ਤਕਰੀਬਨ ਮੇਰੀ 13 ਸਾਲ ਏਜ ਬਣਦੀ। ਤੋ ਮਾਮਲਾ ਕੁਝ ਇੰਜ ਹੈ ਕਿ ਜਿਹੜੇ ਵਾਲਦ ਸਾਹਿਬ ਸਨ ਨਾ ਉਹਨਾਂ ਨੂੰ ਨਿਊਜ਼ ਸੁਣਨ ਦਾ ਬਹੁਤ ਸ਼ੌਕ ਸੀ। ਜੀ ਰੇਡੀਓ ਹੁੰਦਾ ਸੀ ਸਾਡੇ ਘਰ ਨਾ ਬਿਲਕੁਲ ਸਹੀ। ਤੇ ਉਹ ਤਾਂ ਨਿਊਜ਼ ਸੁਣਦੇ ਸਨ ਵਾਲਦ ਸਾਹਿਬ ਤੇ ਫ੍ਰੀ ਟਾਈਮ ਤੇ ਜਦੋਂ ਵਾਲਦ ਸਾਹਿਬ ਨੇ ਅੱਗੇ ਪਿੱਛੇ ਉਹਨਾਂ ਦੇ ਸੌਂਗ ਵਗੈਰਾ ਫਰਮਾਇਸ਼ੀ ਪ੍ਰੋਗਰਾਮ ਬਹੁਤ ਜ਼ਿਆਦਾ ਲੱਗਦੇ ਸੀ ਤੇ ਮੈਂ ਫਿਰ ਸੌਂਗ ਸੁਣਨੇ। ਮੇਰੇ ਵੱਡੇ ਭਾਈ ਸਨ ਉਹ ਵੀ ਸੌਂਗ ਬੜੇ ਦਿਲਚਸਪੀ ਨਾਲ ਸੁਣਦੇ ਸੀ। ਉਹਨਾਂ ਨੂੰ ਵੇਖਦੇ ਹੋਇਆ ਮੈਨੂੰ ਵੀ ਇਹ ਜਿਹੜਾ ਨਾ ਜ਼ਿਆਦਾ ਸ਼ੌਂਕ ਪੈਦਾ ਹੋ ਗਿਆ ਕਿ ਯਾਰ ਭਾਈ ਗਾਣੇ ਸੁਣਦੇ ਨੇ ਤੇ ਉਹ ਇੱਕ ਮਾਹੌਲ ਸੀ ਇਹੋ ਜਿਹਾ। ਮੈਂ ਵੀ ਫਿਰ ਉਹ ਗਾਣੇ ਸੁਣਨਾ ਸ਼ੁਰੂ ਕਰ ਦਿੱਤੇ। ਅੱਛਾ, ਉਸ ਤੋਂ ਬਾਅਦ ਮਾਸ਼ਾਅੱਲਾ ਤੁਹਾਡੇ 2 ਐਲਬਮ ਆਏ, ਮੇਰੀ ਵੇਖ ਕੇ ਗਰੀਬੀ, ਸਾਰੇ ਯਾਰ ਛੱਡ ਗਏ ਨੇ। ਬੜੇ ਤੁਸੀਂ ਪਾਪੂਲਰ ਹੋ ਗਏ। ਪਾਪੂਲਰ ਹੋਣ ਦੇ ਬਾਅਦ ਯਾਨੀ ਕਿ ਫਿਰ ਯਕਦਮ ਤੁਸੀਂ ਇੱਥੋਂ ਗਾਇਬ ਹੋ ਗਏ। ਤੁਹਾਡੇ ਜਿਹੜੇ ਚਾਹਣ ਵਾਲੇ, ਤੁਹਾਨੂੰ ਪਸੰਦ ਕਰਨ ਵਾਲੇ ਲੋਕ ਸੀ, ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ। ਇਹਦੀ ਕੀ ਵਜ੍ਹਾ ਹੈਗੀ ਸੀ ਕਿ ਤੁਸੀਂ ਯਕਦਮ ਯਾਨੀ ਕਿ ਗਾਇਬ ਕਿਉਂ ਹੋ ਗਏ? ਜੀ ਸਰਦਾਰ ਸਾਹਿਬ ਤੁਸੀਂ ਬਿਲਕੁਲ ਬਜਾ ਫਰਮਾ ਰਹੇ ਹੋ ਕਿ ਮੈਂ 2005 ਵਿੱਚ ਮਾਰਕੀਟ 'ਚ ਆਇਆ ਔਰ ਅਲਹਮਦੁਲਿਲਾ ਮੇਰਾ ਪਹਿਲਾ ਐਲਬਮ, ਫਸਟ ਐਲਬਮ ਮੇਰਾ ਕਾਫੀ ਹਿੱਟ ਹੋਇਆ ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਨਵੇਂ ਯਾਰ ਦੀਆਂ ਹੋਣ ਨੀ ਮੁਬਾਰਕਾਂ ਔਰ ਮੇਰਾ ਬਹੁਤ ਜ਼ਿਆਦਾ ਫੇਮਸ ਸੌਂਗ ਮੇਰੀ ਵੇਖ ਕੇ ਗਰੀਬੀ ਸਭ ਯਾਰ ਛੱਡ ਗਏ। ਅਸਲ 'ਚ ਉਸ ਵੇਲੇ ਇੱਕ ਅਰੂਜ ਸੀ ਕੇਸਟ ਰਿਲੀਜ਼ਿੰਗ ਕੰਪਨੀਆਂ ਤੇ। ਇਹ ਜਿਹੜੇ ਪ੍ਰੋਡਕਸ਼ਨ ਹਾਊਸ ਸਨ ਕਰਾਚੀ ਤੋਂ ਬਹੁਤ ਜ਼ਿਆਦਾ ਕੇਸਟ ਰਿਲੀਜ਼ ਹੁੰਦੇ ਸੀ। ਬੜੀਆਂ ਬਹੁਤ ਜ਼ਿਆਦਾ ਕੰਪਨੀਆਂ ਸੀ। ਇੱਕ ਬੜਾ ਹਜੂਮ ਸੀ ਨਾ ਮਾਰਕੀਟ ਦੇ ਵਿੱਚ ਕੰਪਨੀਆਂ ਦਾ। ਬਿਲਕੁਲ ਪਹਿਲੋਂ ਕੇਸਟਾਂ ਦਾ ਦੌਰ ਹੈਗਾ ਸੀ। ਲੋਕ ਯਾਨੀ ਕਿ ਟੇਪ ਤੇ ਕੇਸਟਾਂ ਵਗੈਰਾ ਬਹੁਤ ਜ਼ਿਆਦਾ ਸੁਣਦੇ ਜੀ ਬਿਲਕੁਲ। ਬਾਅਦ 'ਚ ਜਿਸ ਤਰ੍ਹਾਂ ਹੀ ਕਿ 2007-8 ਦੇ ਵਿੱਚ ਬਿਲਕੁਲ ਕੇਸਟ ਤੇ ਫਿਨਿਸ਼ ਹੋ ਗਈ ਨਾ। ਉਸ ਤੋਂ ਬਾਅਦ ਸੀਡੀ ਕੋਈ 2 ਸਾਲ ਸੀਡੀ ਦੇ ਸਾਹ ਬਾਕੀ ਰਹੇ ਨੇ, ਉਹ ਕੋਈ 2 ਸਾਲ ਹੋਰ ਕੱਢ ਗਈ। ਜਦੋਂ ਇਹ ਸਿਲਸਿਲਾ ਖਤਮ ਹੋਇਆ ਤੇ ਉਸ ਤੋਂ ਬਾਅਦ ਮੇਰਾ ਥੋੜਾ ਜਿਹਾ ਸਟਾਪ ਹੋਇਆ ਕਿ ਕੋਈ ਮਾਰਕੀਟ ਦੇ ਵਿੱਚ ਕੋਈ ਜ਼ਰੀਆ ਨਹੀਂ ਸੀ ਆਉਣ ਦਾ। ਉਹ ਜਿਸ ਤਰ੍ਹਾਂ ਹੀ ਬਸ ਸਟਾਪ ਹੋਇਆ, ਸਟਾਪ ਹੁੰਦਾ ਮੇਰਾ ਰੁਝਾਨ ਥੋੜਾ ਜਿਹਾ ਆਪਣੀ ਫੈਮਿਲੀ ਵੱਲੇ, ਆਪਣੇ ਬੱਚਿਆਂ ਵੱਲੇ, ਜ਼ਿਮੀਦਾਰੇ ਵੱਲੇ ਹੋ ਗਿਆ। ਇੱਧਰੋਂ ਮੈਂ ਥੋੜਾ ਜਿਹਾ ਪਿੱਛੇ ਹਟ ਗਿਆ। ਲੇਕਿਨ ਹੁਣ ਮੇਰੇ ਜਿਹੜੇ ਚਾਹਣ ਵਾਲੇ ਨੇ ਉਹ ਬਹੁਤ ਜ਼ਿਆਦਾ ਮੇਰੇ ਨਾਲ ਨਾਰਾਜ਼ ਨੇ। ਉਹ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਲ ਕੋਈ ਇਨਸਾਫ ਨਹੀਂ ਕਰ ਰਹੇ ਕਿ ਇੰਨਾ ਅੱਛਾ ਤੁਸੀਂ ਲਿਖਦੇ ਵੀ ਹੋ ਔਰ ਇੰਨਾ ਅੱਛਾ ਗਾਉਂਦੇ ਹੋ ਔਰ ਤੁਸੀਂ ਮਾਰਕੀਟ ਵਿੱਚ ਆਏ, ਸਾਨੂੰ ਅੱਛੀਆਂ ਚੀਜ਼ਾਂ ਦਿੱਤੀਆਂ ਔਰ ਹੁਣ ਤੁਸੀਂ ਗਾਇਬ ਹੋ। ਬਸ ਉਹ ਚਾਹਣ ਵਾਲਿਆਂ ਨੇ ਮੇਰੀ ਦਿਲਚਸਪੀ ਨੂੰ ਫਿਰ ਦੁਬਾਰਾ ਬਹਾਲ ਕੀਤਾ ਜੀ। ਤੁਸੀਂ ਗਾਵਨ ਦੀ ਟ੍ਰੇਨਿੰਗ ਦੇ ਰਹੇ ਹੋ, ਇਹਦੇ ਬਾਰੇ ਤੁਸੀਂ ਸੁਣਨ ਵਾਲਿਆਂ ਨੂੰ ਕੀ ਕਹੋਗੇ? ਅਸਲ 'ਚ ਸਰਦਾਰ ਸਾਹਿਬ ਮੇਰਾ ਲਿਖਣ ਦਾ ਜਿਹੜਾ ਸਿਲਸਿਲਾ ਹੈ, ਕਿਉਂਕਿ ਮੈਂ ਰਾਈਟਰ ਵੀ ਖੁਦ ਹਾਂ ਅਲਹਮਦੁਲਿਲਾ, ਮੈਂ ਜੋ ਕੁਝ ਗਾਇਆ ਖੁਦ ਲਿਖਿਆ ਹੈ। ਲਿਖਣ ਲਿਖਾਣ ਦਾ ਸਿਲਸਿਲਾ ਔਰ ਬੱਚਿਆਂ ਨੂੰ ਸਿਖਾਉਣ ਦਾ ਸਿਲਸਿਲਾ, ਕੁਝ ਸਕੂਲਸ ਨੇ ਮੇਰੇ ਕੋਲ, ਉਹਨਾਂ ਦੇ ਸਟੂਡੈਂਟ ਜਿਹੜੇ ਨੇ ਉਹਨਾਂ ਦਾ ਕੋਈ ਈਵੈਂਟ ਹੁੰਦਾ ਹੈ ਜਿਸ ਵੇਲੇ ਤੇ ਉਹ ਫਿਰ ਮੈਨੂੰ ਲੈ ਕੇ ਜਾਂਦੇ ਨੇ। ਉਹਨਾਂ ਨੂੰ ਮੈਂ ਬੱਚਿਆਂ ਨੂੰ ਤਿਆਰ ਕਰਨਾ, ਜਿਸ ਤਰ੍ਹਾਂ ਹੁਣ 14 ਅਗਸਤ ਆ ਰਿਹਾ, 14 ਅਗਸਤ ਦੇ ਹਵਾਲੇ ਨਾਲ ਜਾਂ ਕੋਈ ਸਾਡਾ ਐਸਾ ਕੌਮੀ ਦਿਨ ਹੁੰਦਾ ਹੈ ਤੇ ਮੈਂ ਬੱਚਿਆਂ ਨੂੰ ਜਾ ਕੇ ਟ੍ਰੇਨ ਕਰਨਾ ਤਾਂ ਕਿ ਉਹ ਆਪਣੇ ਕਾਲਜ ਵਿੱਚ, ਆਪਣੇ ਸਕੂਲ ਦੇ ਵਿੱਚ ਅੱਛੇ ਤਰੀਕੇ ਦੇ ਨਾਲ ਜਿਹੜਾ ਨਾ ਉਹ ਪਰਫਾਰਮ ਕਰ ਸਕਣ। ਅੱਛਾ, ਉਸ ਤੋਂ ਇਲਾਵਾ ਮੈਂ ਤੁਹਾਡੇ ਕੋਲ ਕਹਾਂਗਾ ਕਿ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਕੋਲ ਯਾਨੀ ਕਿ ਤੁਹਾਡਾ ਸੈੱਲ ਨੰਬਰ ਨਹੀਂ ਮੌਜੂਦ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਉਹਨਾਂ ਦਿਲ ਦੀ ਬੜੀ ਹਸਰਤ ਹੈਗੀ ਹੈ, ਬੜੀ ਖਵਾਇਸ਼ ਹੈ ਕਿ ਅਸੀਂ ਮਨਸ਼ੇ ਨੂੰ ਮਿਲੀਏ। ਅਸੀਂ ਯਾਨੀ ਕਿ ਕੋਈ ਸ਼ਾਦੀ ਦਾ ਪ੍ਰੋਗਰਾਮ ਹੈ ਜਾਂ ਕੋਈ ਉਰਸ, ਮਨਸ਼ਾ ਕਸੂਰੀ ਸਾਹਿਬ ਨੂੰ ਮਿਲੀਏ ਤੇ ਉਹਨਾਂ ਦੇ ਯਾਨੀ ਕਿ ਬੜੀ ਦਿਲ ਦੀ ਹਸਰਤ ਹੈ। ਉਹ ਕੋਈ ਤੁਹਾਨੂੰ ਮਿਲਣਾ ਚਾਹਣ, ਤੁਹਾਡਾ ਯਾਨੀ ਕਿ ਕੋਈ ਸੈੱਲ ਨੰਬਰ ਉਹਨਾਂ ਨੂੰ ਦਿੱਤਾ ਜਾਵੇ ਜਾਂ ਤੁਸੀਂ ਆਦਾ ਐਡਰੈਸ ਆਪਣੀ ਜ਼ੁਬਾਨ 'ਚ ਦੱਸੋ ਕਿ ਤੁਹਾਨੂੰ ਕਿਵੇਂ ਮਿਲ ਸਕਦੇ ਨੇ? ਜੀ ਅਸਲ 'ਚ ਸਰਦਾਰ ਸਾਹਿਬ ਕਹਿੰਦੇ ਨੇ ਕਿ ਬੰਦਾ ਲੱਭੇ ਤੇ ਰੱਬ ਨੂੰ ਵੀ ਲੱਭ ਲੈਂਦਾ। ਬਿਲਕੁਲ ਜੀ। ਤੇ ਬੰਦੇ ਰੱਬ ਦਾ ਬਣਾਇਆ ਹੋਇਆ ਬੰਦੇ ਨੂੰ ਲੱਭਣਾ ਤੇ ਕੋਈ ਮੁਸ਼ਕਲ ਨਹੀਂ ਹੈ। ਤੇ ਮੈਂ ਕੋਈ ਆਪਣੇ ਦੋਸਤਾਂ ਤੋਂ, ਆਪਣੇ ਚਾਹਣ ਵਾਲਿਆਂ ਤੋਂ ਦੂਰ ਨਹੀਂ ਹਾਂ। ਮੇਰਾ ਆਫੀਸ਼ੀਅਲ ਚੈਨਲ ਹੈ YouTube ਤੇ ਐਮ ਮਨਸ਼ਾ ਕਸੂਰੀ ਆਫੀਸ਼ੀਅਲ। ਜਿਸ ਵੇਲੇ ਤੁਸੀਂ ਚੈਨਲ ਤੇ ਜਾਓਗੇ ਮੇਰਾ ਸੈੱਲ ਫੋਨ, ਮੇਰਾ WhatsApp ਨੰਬਰ ਸਭ ਕੁਝ ਅਵੇਲੇਬਲ ਹੈ। ਬਹਰਹਾਲ ਫਿਰ ਵੀ ਮੈਂ ਆਪਣੇ ਦੋਸਤਾਂ ਨੂੰ ਰਿਪੀਟ ਕਰ ਦਿੰਦਾ ਮੇਰੇ ਚਾਹਣ ਵਾਲਿਆਂ ਵਾਸਤੇ ਕਿ ਮੇਰਾ ਜਿਹੜਾ ਨੰਬਰ ਹੈ ਇਹਦੇ ਤੇ WhatsApp ਵੀ ਹੈ ਔਰ ਮੇਰਾ ਪੁਰਾਣਾ ਨੰਬਰ ਹੈ। ਜਿਹੜੇ ਮੇਰੇ ਜਾਣਨ ਵਾਲੇ ਨੇ ਪੁਰਾਣੇ, ਉਹਨਾਂ ਨੂੰ ਪਤਾ ਹੈ ਕਿ ਇਹ ਪੁਰਾਣਾ ਮੇਰਾ ਨੰਬਰ ਲੋਕਾਂ ਨੂੰ ਹਿਫਜ਼ ਹੋਇਆ ਹੈ ਜੀ। ਬਿਲਕੁਲ ਜੀ। 0300 ਪੂਰਾ 6546 323 0306546323 ਇਹਦੇ ਤੇ ਮੇਰਾ WhatsApp ਹੈ ਜੀ। ਬਿਲਕੁਲ ਸਹੀ ਹੋ ਗਿਆ। ਚਲੋ ਜਿੰਨੇ ਦੋਸਤ ਹੈ ਨੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਵੀ ਤੁਹਾਡੇ ਨੰਬਰ ਦਾ ਪਤਾ ਚੱਲ ਗਿਆ ਹੈ, ਤੁਹਾਡੇ ਐਡਰੈਸ ਦਾ ਵੀ ਪਤਾ ਚੱਲ ਗਿਆ ਹੈ। ਤੁਹਾਡੀ ਅਕੈਡਮੀ ਯਾਨੀ ਕਿ ਖੁੜੀਆਂ ਦੇ ਅੰਦਰ ਮੌਜੂਦ ਹੈ। ਜਵੇਦ ਭਾਈ ਇੱਕ ਬਹੁਤ ਪਿਆਰੀ ਰੁਬਾਈ ਤੁਹਾਡੀ ਨਜ਼ਰ ਜੀ। ਸਾਹਮਣੇ ਆ ਸਾਡੇ ਜਾਨ ਪਿੱਛੋਂ ਤੈਨੂੰ ਯਾਰੀਆਂ ਦਾ ਨਹੀਂ ਕਾਲ ਹੋਣਾ, ਪਰ ਲੁੱਟ ਪੁੱਟ ਕੇ ਤੈਨੂੰ ਹਰ ਇੱਕ ਨੇ ਇੱਕ ਪਾਸੇ ਮਾਰ ਕੇ ਛਾਲ ਹੋਣਾ।
ਨੀ ਦੱਸੋ ਜਾਣ ਵਾਲੇ ਕਿਉਂ ਮੁੜਦੇ ਨਹੀਂ, ਤੇਰਾ ਕੰਧਾਂ ਨਾਲ ਸਵਾਲ ਹੋਣਾ, ਜਵੇਦ ਨਾਲ ਜਿਨ੍ਹਾਂ ਲਈ ਅੱਜ ਲੜਨਾ, ਕੱਲ ਉਹਨਾਂ ਵੀ ਨਹੀਂ ਤੇਰੇ ਨਾਲ ਹੋਣਾ, ਕੱਲ ਉਹਨਾਂ ਵੀ ਨਹੀਂ ਤੇਰੇ ਨਾਲ।